ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਮਰਗੜ੍ਹ ਵਾਸੀ ਸੱਚਾਈ, ਮਿਹਨਤ ਅਤੇ ਇਮਾਨਦਾਰੀ ਨੂੰ ਚੁਣਨਗੇ। ਮਰਨ ਤੋਂ ਪਹਿਲਾਂ ਕੀਤੀਆਂ ਦੀਪ ਸਿੱਧੂ ਦੀਆਂ ਗੱਲਾਂ ਨੇ ਝੰਜੋੜਿਆ। ਦਿਲਜੀਤ ਕਲਸੀ ਅਤੇ ਮਾਤਾ ਦੇ ਮੂੰਹੋਂ ਸੁਣੋ। ਕੀ ਨਾਮ ਆ ਤੁਹਾਡਾ? ਮੇਰਾ ਨਾਮ ਦਲਜੀਤ ਕਲਸੀ ਹੈ। ਭਾਈ ਦੀਪ ਸਿੱਧੂ ਦਾ ਇੱਕ ਸੰਦੇਸ਼ ਲੈ ਕੇ ਆਏ ਹੋ ਹਲਕਾ ਅਮਰਗੜ੍ਹ ਦੇ ਲੋਕਾਂ ਨੂੰ, ਕੀ ਸੰਦੇਸ਼ ਸੀਗਾ? ਸੰਦੇਸ਼ ਆਹੀ ਸੀਗਾ ਕਿ ਮਾਨ ਸਾਹਿਬ ਜਿੱਤਣੇ ਚਾਹੀਦੇ ਆ, ਕਿਸੇ ਵੀ ਹਾਲ ਦੇ ਅੰਦਰ ਮਾਨ ਸਾਹਿਬ ਜਿੱਤਣੇ ਚਾਹੀਦੇ ਆ। ਇਸੇ ਕਰਕੇ ਮੈਂ ਇੱਧਰ ਆਇਆ ਸੀ, ਉਹੀ ਬੇਨਤੀ ਕਰਨ, ਉਹੀ ਰਿਕੁਐਸਟ ਕਰਨ ਕਿ ਸਾਡਾ ਇੱਕ ਜਰਨੈਲ ਜਿਹੜਾ 40 ਸਾਲਾਂ ਤੋਂ ਲੜ ਰਿਹਾ ਆਪਣੇ ਅਸੂਲਾਂ ਤੇ ਹੈ, ਜੋ ਬਾਬੇ ਨਾਨਕ ਦੀ ਇਸ ਧਰਤੀ ਦੇ ਉੱਤੇ ਜਿਹੜੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਉਸ ਫਲਸਫੇ ਤੇ ਜੋ ਮਹਾਰਾਜਾ ਰਣਜੀਤ ਸਿੰਘ ਨੇ ਜੋ ਰਾਜ ਕੀਤਾ ਸੀਗਾ, ਉਸ ਰਾਜ ਦੇ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਗਿਆ। ਉਸ ਦੀ ਗੱਲ ਮਾਨ ਸਾਹਿਬ ਕਰਦੇ ਆ। ਅਸੀਂ ਮਾਨ ਸਾਹਿਬ ਨੂੰ ਉਸੇ ਲਿਹਾਜ਼ ਨਾਲ ਪੂਰੀ ਸਪੋਰਟ ਕਰਦੇ ਹਾਂ। ਔਰ ਇੱਕ ਬੇਨਤੀ ਕਰਨ ਮੈਂ ਸਾਰਿਆਂ ਨੂੰ ਆਇਆ ਸੀਗਾ ਕਿ ਹਰ ਹਾਲ ਦੇ ਵਿੱਚ ਮਾਨ ਸਾਹਿਬ ਜਿੱਤਣੇ ਚਾਹੀਦੇ ਆ। ਹਾਂਜੀ ਵੀਰ ਜੀ, ਕੀ ਨਾਮ ਆ? ਮੇਰਾ ਨਾਮ ਪ੍ਰਭਜੋਤ ਕੌਰ ਹੈ। ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਬੁਲਾਉਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਅਸੀਂ ਇੱਥੇ ਅਮਰਗੜ੍ਹ ਪਹੁੰਚੇ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਸਪੋਰਟ ਦੇ ਵਿੱਚ। ਤੇ ਮੈਂ ਸਾਰੇ ਪੰਜਾਬ ਨੂੰ ਇੱਕ ਅਪੀਲ ਕਰੂੰਗੀ, ਸਭ ਤੋਂ ਜ਼ਰੂਰੀ ਅਪੀਲ ਆ ਕਿ ਆਪਣੇ ਕੋਲ ਸਿਰਫ ਇੱਕ ਦਿਨ ਆ, ਤੁਸੀਂ ਆਪਣਾ ਮਨ ਬਣਾਓ ਤੇ 20 ਤਰੀਕ ਨੂੰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਜ਼ਰੂਰ ਪਾਓ। ਆਪਣੀ ਜੇ ਆਪਾਂ ਚਾਹੁੰਦੇ ਹਾਂ ਪੰਜਾਬ ਦਾ ਕਿਸੇ ਵੀ ਤਰ੍ਹਾਂ ਸੁਧਾਰ ਕਰਨਾ ਹੈ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋ ਜਾਣਾ ਚਾਹੀਦਾ ਕਿ ਇੰਨੇ ਸਾਲਾਂ ਤੋਂ ਆਪਾਂ 70 ਸਾਲ ਹੋ ਗਏ ਬਸ ਰੁਲਦੇ ਖੁਲਦੇ ਆ ਰਹੇ ਹਾਂ। ਜੇਕਰ ਪੰਥ ਦੇ ਤੌਰ ਤੇ ਵੀ ਦੇਖਣਾ ਹੋਵੇ, ਸਿੱਖਾਂ ਨੂੰ, ਮਿਨੋਰਿਟੀਜ਼ ਨੂੰ, ਚਾਹੇ ਉਹ ਮੁਸਲਮਾਨ ਨੇ ਚਾਹੇ ਸਿੱਖ ਨੇ, ਉਹਨਾਂ ਨੂੰ ਆਪਦੇ ਹੱਕ ਕਦੇ ਵੀ ਨਹੀਂ ਮਿਲਦੇ। ਹੁਣ ਤੁਸੀਂ ਲੇਟੈਸਟ ਨਿਊਜ਼ ਸਭ ਨੇ ਦੇਖੀਆਂ ਹੋਣਗੀਆਂ। ਦਵਿੰਦਰਪਾਲ ਸਿੰਘ ਭੁੱਲਰ ਹੋ ਗਏ, ਜਿਹੜੇ ਬੰਦੀ ਸਿੰਘ ਰਿਹਾਈ ਦੀ ਆਪਾਂ ਸਦਾ ਹੀ ਮੰਗ ਕਰਦੇ ਰਹੇ ਹਾਂ, ਉਹ ਹਜੇ ਤੱਕ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਜਥੇਦਾਰ ਹਵਾਰਾ, ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ। ਕੋਈ ਸਰਕਾਰ ਇਸ ਹੱਕ ਵਿੱਚ ਆਪਣੇ ਹੱਕਾਂ ਵਿੱਚ ਨਹੀਂ ਆ ਰਹੀ। ਤੇ ਅਗਰ ਆਪਾਂ ਨੂੰ ਆਪਣਾ ਹੱਕਾਂ ਦੇ ਲਈ ਮੂਹਰੇ ਆਉਣਾ ਚਾਹੀਦਾ ਗਾ ਤਾਂ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਜ਼ਰੂਰ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਿੱਥੋਂ ਰਹਿਣ ਵਾਲੇ ਹੋ ਤੁਸੀਂ ਔਰ ਦੀਪ ਸਿੱਧੂ ਨਾਲ ਕੀ ਰਿਸ਼ਤਾ ਸੀ? ਮੇਰਾ ਕੋਲੀ ਪਿੰਡ ਹੈ, ਕੁਲਵੀਰ ਕੌਰ ਮੇਰਾ ਨਾਮ ਹੈ, ਪਟਿਆਲਾ। ਤੇ ਦੀਪ ਸਿੱਧੂ ਨਾਲ ਇੱਕ ਸਾਡਾ ਮਾਂ ਪੁੱਤ ਦਾ ਰਿਸ਼ਤਾ ਹੋ ਗਿਆ ਸੀ। ਇੱਕ ਜਿਹੜਾ ਰੂਹ ਦਾ ਜਨਮ ਤਾਂ ਮੈਂ ਨਹੀਂ ਦਿੱਤਾ ਸੀ, ਪਰ ਉਹ ਇੰਨਾ ਪਵਿੱਤਰ ਇੱਕ ਸਾਫ਼ ਦਿਲ ਦਾ ਇਨਸਾਨ ਸੀ ਜਿਹੜਾ ਹਰ ਇੱਕ ਨੂੰ ਪਿਆਰ ਕਰਦਾ ਸੀ। ਨੌਜਵਾਨਾਂ ਨੂੰ ਆਪਣਾ ਭਰਾ ਬਾਈ ਕਹਿ ਕੇ ਆ ਜਾ ਬਾਈ। ਮਾਤਾ ਉਹਨੇ ਜਦੋਂ ਵੀ ਅਸੀਂ ਜਾਣਾ ਤੇ ਉਹਨੇ ਇਹ ਕਹਿਣਾ ਕਿ ਮਾਂ ਕਿੱਥੇ, ਹੁਣ ਤੂੰ ਕਿਵੇਂ ਜਾਣਾ, ਕਿਵੇਂ ਦੇ ਨਾਲ ਖਾਣਾ ਖਾਧਾ? ਹਾਂ ਪੁੱਤ। ਅਸੀਂ ਕਿਸਾਨੀ ਸੰਘਰਸ਼ 'ਚ ਜੁੜੇ ਸੀ। ਜਦੋਂ ਦਾ ਲੋਕ ਸਾਥ ਛੱਡ ਗਏ ਸੀ ਨਾ, ਜਦੋਂ ਲਾਲ ਕਿਲੇ ਤੇ ਉਹਨੇ ਨਿਸ਼ਾਨ ਸਾਹਿਬ ਚੜਾਇਆ, ਉਸ ਤੋਂ ਬਾਅਦ ਉਹ ਜੇਲ੍ਹ 'ਚ ਰਹੇ। ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਟੈਂਟ ਸੀ ਉਹ ਜਿਵੇਂ ਕਿ ਛੱਡ ਗਏ। ਕੁਛ ਜਿਹੜੇ ਜੁਝਾਰੂ ਸੀ ਉਹ ਤਾਂ ਨਾਲ ਜੁੜੇ ਰਹੇ ਆਸੇ ਪਾਸੇ। ਫਿਰ ਮੈਂ ਉੱਥੇ ਰਹਿੰਦੀ ਸੀ। ਫਿਰ ਜੇਲ੍ਹ ਤੋਂ ਬਾਅਦ ਪੁੱਤ ਦੀ ਖੁਸ਼ੀ ਦੇ ਵਿੱਚ ਜ਼ਮਾਨਤ ਹੋਈ ਤੇ ਮੈਂ ਲੱਡੂ ਵੀ ਵੰਡੇ, ਉੱਥੇ ਪੇੜੇ ਵੰਡੇ। ਕਿਤੇ ਦੁਬਾਰਾ ਫੇਰ ਗ੍ਰਿਫਤਾਰੀ ਹੋ ਗਈ, ਉੱਥੇ ਗੇਟ ਤੋਂ ਦੁਬਾਰਾ ਫੇਰ ਵੰਡੇ। ਤੇ ਉਸ ਤੋਂ ਬਾਅਦ ਬਸ ਫਿਰ ਸਾਡੀ ਮੀਟਿੰਗਾਂ ਹੁੰਦੀਆਂ ਸਨ। ਅਸੀਂ ਇੱਕ ਆਪਣੀ ਜਥੇਬੰਦੀ ਬਣਾਈ ਬਾਰਿਸ਼ ਪੰਜਾਬ ਦੀ, ਉਹਦੇ ਵਿੱਚ ਵੀ ਮੈਂ ਮੈਂਬਰ ਸੀਗੀ। ਮੈਂ ਵੀ ਮਤਲਬ ਇੱਕ ਮਾਂ ਦਾ ਰੋਲ ਮੈਂ ਅਦਾ ਕਰ ਰਹੀ ਸੀ ਸਾਰਿਆਂ ਲਈ, ਕੋਈ ਵੀ। ਤੇ ਫਿਰ ਹੁਣ ਇੱਥੇ ਜਿਹੜੀ ਸਾਡੀ ਮੀਟਿੰਗ ਹੋਈ, ਅਸੀਂ ਉੱਥੇ ਸਾਨੂੰ ਪੁੱਛਿਆ ਗਿਆ ਵੀ ਆਪਾਂ ਕਿਵੇਂ ਕਰਨਾ, ਕਿਵੇਂ ਸਪੋਰਟ। ਅਸੀਂ ਸਾਰਿਆਂ ਨੇ ਸਮਰਥਨ ਦਿੱਤਾ ਵੀ ਜਿਹੜੇ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਹਾਂ, ਅਸੀਂ ਇਨਸਾਨ ਨੂੰ, ਕਿਉਂ ਸਿਮਰਜੀਤ ਮਾਨ ਨੇ ਵੀ ਸਟੈਂਡ ਰੱਖਿਆ ਸਾਡਾ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੜ੍ਹਾਉਣ ਦਾ ਉਹ ਝੰਡਾ। ਤੇ ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਟੀਮ ਸੀ ਵੀ ਸਿੱਖ ਕੌਮ, ਅਸੀਂ ਇਹਨਾਂ ਨਾਲ ਹੀ ਜੁੜਨਾ, ਕਿਉਂ ਤਾਂ ਵੈਸੇ ਹੀ ਪੜ੍ਹੇ ਲਿਖੇ ਸਾਰਾ ਕੁਛ ਉਹਨਾਂ ਨੇ ਸਟੱਡੀ ਇਸ ਚੀਜ਼ 'ਤੇ ਕੀਤੀ ਸੀ। ਪਰ ਅਸੀਂ ਸਾਰੇ ਦਿਲੋਂ ਤਨੋਂ ਮਨੋਂ, ਕਿਉਂ ਸਾਨੂੰ ਹੋਰ ਕੋਈ ਲੀਡਰ ਹੀ ਨਹੀਂ ਸੀ ਲੱਗਦਾ। ਅਕਾਲੀ, ਕਾਂਗਰਸੀ, ਝਾੜੂ ਵਾਲੇ ਸਾਨੂੰ ਕੋਈ ਨਹੀਂ ਸੀ ਲੱਗਦਾ ਵੀ ਇਹ ਪੰਜਾਬ ਨੂੰ ਬਚਾਉਣਗੇ, ਵੀ ਕੋਈ ਸਾਡੇ ਹੱਕੀ ਜਿਹੜੀ ਸਾਨੂੰ ਉਹਨਾਂ ਨੇ ਕੀ ਕੀਤਾ। ਇੱਕ ਪਾਸੇ ਤਾਂ ਅਸੀਂ ਦਾਲ, ਆਟਾ, ਸਿਲੰਡਰ, ਇੱਕ ਪਾਸੇ ਸਾਡੀ ਧੀਆਂ ਤੇ ਸਾਡੇ ਪੁੱਤ, ਨੌਜਵਾਨ ਤੇ ਮਾਪੇ। ਹੁਣ ਅਸੀਂ ਇਹ ਕਹਿੰਦੇ ਸੀ ਵੀ ਤੁਸੀਂ ਕਿਹਨੂੰ ਚੁਣਨਾ ਹੈ। ਤੁਸੀਂ ਜੇ ਇੱਕ ਪਾਸੇ ਸਕੂਟਰੀਆਂ ਦੇ, ਜੇ ਸਾਡੇ ਨੌਜਵਾਨ, ਸਾਡੀਆਂ ਧੀਆਂ ਹੋਣਗੀਆਂ ਤੇ ਤਾਂ ਹੀ ਉਹ ਕੁਛ ਵਰਤਣਗੇ। ਜੇ ਸਾਡੀ ਨਸਲ ਕੁਸ਼ੀ ਕਰੀ ਜਾਏਗੀ, ਸਾਡੀਆਂ ਧੀਆਂ ਦੇ ਇੱਜ਼ਤਾਂ ਪੱਤਾਂ ਲੁੱਟੀਆਂ ਜਾਣਗੀਆਂ। ਸਾਡੇ ਹੁਣ ਜਿਵੇਂ ਮੁਸਲਮਾਨ ਬੇਟੇ ਨੂੰ ਕਿਹਾ ਗਿਆ ਵੀ ਇਹ ਬੰਦ ਕਰੋ, ਸਾਡਾ ਇੱਕ ਅਸੀਂ ਕਹਿੰਦੇ ਵੀ ਕਿ ਸਾਡਾ ਜਿਹੜਾ ਪੰਜਾਬ ਹੈ ਗੁਲਦਸਤਾ ਹੈ, ਬਹੁਤ ਧਰਮਾਂ ਦਾ ਭਾਰਤ ਦੇਸ਼ ਇੱਕ ਜਿਹਦੇ ਵਿੱਚ ਅਸੀਂ ਸਾਂਝੇ ਰਲ ਮਿਲ ਕੇ ਰਹਿੰਦੇ ਹਾਂ। ਪਰ ਸਿਆਸਤ ਦਾ ਸਿਸਟਮ ਇੰਨਾ ਗੰਦਾ ਹੋ ਗਿਆ ਜਿਹੜਾ ਕਿ ਇਹਨਾਂ ਨੇ ਵੀ ਘੱਟ ਗਿਣਤੀ ਨੂੰ ਇਹਨਾਂ ਨੇ ਟਾਰਗੇਟ ਕਰਦੇ ਨੇ। ਜਿਵੇਂ ਮੁਸਲਮਾਨ ਹੋ ਗਏ, ਸਿੱਖ ਹੋ ਗਏ, ਹਰ ਤਾਂ ਬੇਇੱਜ਼ਤੀ ਕਰਦੇ ਨੇ।
ਉਹ ਜਿਹੜੇ ਦੀਪ ਸਿੱਧੂ ਦੀ ਸੋਚ ਉਹ ਕਹਿੰਦਾ ਸੀ ਵੀ ਅਸੀਂ ਸਾਡਾ ਇਹ ਕੰਮ ਨਹੀਂ ਹੈਗਾ ਵੀ ਅਸੀਂ ਛੋਟੀ ਛੋਟੀ ਚੀਜ਼ਾਂ ਲਈਏ। ਸਾਡਾ ਜਿਹੜਾ ਦੇਸ਼ ਦਾ ਕਿਸਾਨ ਹੈ, ਸਾਡਾ ਬਾਰਡਰ ਖੁੱਲ੍ਹੇਗਾ। ਸਾਡੀ ਕਣਕ ਬਾਹਰ ਦੇ ਮੁਲਕੋਂ ਤੋਂ ਇੰਨੀ ਮਹਿੰਗੀ ਲੈ ਰਹੇ ਨੇ, ਪਾਕਿਸਤਾਨ ਉਦੋਂ ਜਿਹੜਾ ਅਗਲਾ ਮੁਲਕ ਲੱਗਦਾ ਤੇ ਵੀ ਜੇ ਸਾਡੇ ਉਹਨਾਂ ਨੂੰ 9000 ਨੂੰ ਕੁਆਂਟਲ ਸਾਡੀ ਫਸਲ ਵਿਕੇਗੀ, ਸਾਡੀ ਬਾਸਪਤੀ ਹੋਏਗੀ, ਸਾਨੂੰ ਉਹ ਹੋਏਗਾ। ਦੂਜਾ ਸਾਡਾ ਪਾਣੀ ਦਾ ਹੱਕ ਆ ਜਿਹੜਾ ਕੇਜਰੀਵਾਲ ਇੱਥੇ ਕਹਿ ਰਿਹਾ ਕਿ ਅਸੀਂ ਜੀ ਇੱਥੇ ਆ ਸਹੂਲਤਾਂ ਦੇਵਾਂਗੇ 1000 ਅਸੀਂ ਬੀਬੀਆਂ ਦੇ, ਕਿਉਂ ਬੀਬੀਆਂ ਭਿਖਾਰੀ ਨੇ ਜੀ। ਸਾਡੀ ਕੌਮ ਵੰਡਣ ਵਾਲਿਆਂ ਚੋਂ ਆ, ਅਸੀਂ ਵੰਡ ਕੇ ਖਾਂਦੇ ਆ ਤੇ ਅਸੀਂ ਭਿਖਾਰੀ ਨਹੀਂ, ਨਾ ਅਸੀਂ ਕਿਸੇ ਨੂੰ ਭਿਖਾਰੀ ਦੇਖਣਾ ਚਾਹੁੰਦੇ ਆਪਣੇ ਪੰਜਾਬ ਨੂੰ। ਸਾਡੀ ਕੌਮ ਇਹ ਸੀਗੀ ਵੀ ਅਸੀਂ ਇਹ ਸੋਚਦੇ ਹਾਂ ਵੀ ਜਿਹੜਾ ਸਾਡਾ ਪਾਣੀ ਦਾ ਹੱਕ ਆ, ਜੇ ਅਸੀਂ ਰਾਜਸਥਾਨ ਦੇ ਵਿੱਚੋਂ ਪੱਥਰ ਲੈਂਦੇ ਉਹਨਾਂ ਨੂੰ ਮੁੱਲ ਮਿਲਦਾ, ਜੇ ਗੁਜਰਾਤ ਤੋਂ ਕੋਲਾ ਲੈਂਦੇ ਨੇ ਤਾਂ ਕੀਮਤ ਮਿਲਦੀ ਹੈ। ਸਾਡੇ ਕੋਲ ਇੱਕ ਸੋਮਾ ਪਾਣੀ ਦਾ, ਅਸੀਂ ਕਹਿੰਦੇ ਸੀ ਵੀ ਪਾਣੀ ਕੇਜਰੀਵਾਲ ਦਿੱਲੀ ਨੂੰ ਲਿਜਾ ਰਿਹਾ ਫ੍ਰੀ, ਤੇ ਜਦ ਹਿਮਾਚਲ ਨੂੰ 2200 ਕਰੋੜ ਦੇ ਰਿਹਾ, ਸਾਡੇ ਪੰਜਾਬ ਦਾ ਪਾਣੀ 3200 ਕਰੋੜ ਦਾ ਹੈ ਤੇ ਅਸੀਂ ਕਹਿੰਦੇ ਵੀ ਸਾਨੂੰ ਮੁੱਲ ਦੇਵੇ ਤੇ ਉਹ ਲਿਜਾ ਸਕਦਾ ਪਾਣੀ। ਅਸੀਂ ਕਿਸੇ ਨੂੰ ਜਵਾਬ ਨਹੀਂ ਦਿੰਦੇ, ਪਰ ਸਾਡੇ ਪੰਜਾਬ ਸਿਰ ਕਰਜ਼ਾ, ਸਾਡਾ ਕਰਜ਼ਾ ਲੈ ਜੇ। ਪੰਜਾਬ ਨੂੰ ਇਦਾਂ ਅਸੀਂ ਬਚਾਇਆ ਜਾ ਸਕਦਾ। ਇਹ ਨਹੀਂ ਹੈਗਾ ਵੀ ਅਸੀਂ 1000 ਰੁਪਏ ਇਸਤਰੀ ਨੂੰ ਦੇਤਾ, ਸਕੂਲ ਦਾ ਵਜੀਫਾ ਮਾਫ ਕਰਦਾ। ਬੱਚਿਆਂ ਨੂੰ ਵਜੀਫਿਆਂ ਦੀ ਕੀ ਲੋੜ ਹੈ? ਤੁਸੀਂ ਉਹਨੂੰ ਵਧੀਆ ਐਜੂਕੇਸ਼ਨ ਪੜ੍ਹਾਈ ਦਿਓ, ਵਧੀਆ ਸਿਹਤ ਸਹੂਲਤਾਂ, ਹਸਪੀਟਲ ਵਧੀਆ ਬਣਾਓ, ਜਿੱਥੇ ਸਾਡਾ ਜਾਵੇ ਸਰਕਾਰੀ ਹਸਪੀਟਲ 'ਚ ਮਰੀਜ਼ ਜਾਵੇ, ਵਧੀਆ ਉੱਥੇ ਵੈਂਟੀਲੇਟਰ ਹੋਣ, ਡਾਕਟਰ ਉੱਥੇ ਰੱਖੇ ਜਾਣ, ਨਰਸਰ। ਨੌਕਰੀ ਕਿਸੇ ਨੂੰ ਦੇ ਨਹੀਂ ਰਹੇ, ਬੱਚੇ ਬਾਹਰ ਜਾ ਰਹੇ ਨੇ ਤੇ ਉਹ ਕੀ ਕਰਨਗੇ? ਇੱਥੇ ਪੜ੍ਹਾਈ ਵਧੀਆ ਕੀਤੇ। ਹੁਣ ਤੁਸੀਂ ਪੰਜਾਬ ਦੇ ਵਿੱਚ ਵੇਖ ਲਓ, ਗੁਜਰਾਤ ਤੋਂ ਬਾਹਰ ਦੇ ਆਣ ਕੇ ਇੱਥੇ ਨੌਕਰੀਆਂ ਕਰਦੇ ਨੇ, ਜਦਕਿ ਸਾਡੇ ਪੰਜਾਬ ਦੇ ਵਿੱਚ ਧੱਕੇ ਖਾ ਰਹੇ ਨੇ ਤੇ ਫਿਰ ਪੜ੍ਹ ਲਿਖ ਕੇ ਡਿਗਰੀ ਹੱਥਾਂ 'ਚ ਲੈ ਕੇ ਤੇ ਤੁਰੇ ਫਿਰਦੇ ਨੇ। ਫਿਰ ਉਹ ਨਸ਼ਿਆਂ ਵੱਲ ਜਾਂਦੇ ਨੇ, ਜਾਂ ਦਿਮਾਗ ਤੇ ਕੋਈ ਡਿਪਰੈਸ਼ਨ ਆ ਜਾਂਦੀ ਹੈ ਤੇ ਕੀ ਕਰਨਗੇ ਨੌਜਵਾਨੀ। ਸਾਡਾ ਮੇਰੇ ਦੀਪ ਪੁੱਤ ਦਾ ਇਹੀ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੇ ਬੱਚਿਆਂ ਨੂੰ ਮੈਂ ਇਹੀ ਚੀਜ਼ ਬਚਾਉਣਾ। ਉਹ ਬਹੁਤ ਉੱਚੀ ਡਿਗਰੀਆਂ ਲੈ ਕੇ ਵਕੀਲ ਦਾ ਉਹ ਕਰਕੇ ਆਇਆ ਸੀ, ਕਿਉਂ ਅਸੀਂ ਹੁਣ ਜੁੜੇ ਰਹਿੰਦੇ ਸੀ, ਹਰ ਟਾਈਮ ਇਕੱਠੇ ਹੁੰਦੇ ਸੀ। ਉਸ ਦਿਨ ਉਹ ਦਿੱਲੀੋਂ ਚੱਲਿਆ ਹੋਇਆ ਸੀ, ਮੈਂ ਤਰਨਤਾਰਨ ਤੋਂ ਚੱਲੀ। ਮੈਨੂੰ ਜਲੰਧਰ ਰਾਹ ਦੇ ਵਿੱਚ ਪਤਾ ਲੱਗਿਆ, ਜਦੋਂ ਮੈਨੂੰ ਇੱਕਦਮ ਹੋਸ਼ ਉੱਡ ਗਏ ਵੀ ਇਹ ਹੋ ਕੀ ਗਿਆ। ਅਸੀਂ ਤਾਂ ਕਿਸ ਚੀਜ਼ ਤੇ ਚੱਲ ਰਹੇ ਹਾਂ, ਪਰ ਸਾਡਾ, ਮੈਂ ਜਨਮ ਤਾਂ ਨਹੀਂ ਸੀ ਦਿੱਤਾ ਪੇਟ ਤੋਂ, ਪਰ ਸਾਡਾ ਰਿਸ਼ਤਾ ਇੰਨਾ ਗੂੜਾ ਸੀ ਮਾਂ ਪੁੱਤਾਂ ਦਾ ਕਿ ਉਹ ਹਰ ਗੱਲ ਮੈਨੂੰ ਨਾਲ ਰੱਖਦਾ ਸੀਗਾ। ਕਿਤੇ ਵੀ ਹੁਣ ਅਸੀਂ ਇਕੱਠੇ, ਪਹਿਲਾਂ ਅਸੀਂ ਇੱਥੇ 3 ਦਿਨ ਮਾਨ ਸਾਹਿਬ ਦੀ ਉਹ ਕੰਪੇਨ ਕੀਤੀ, ਉਸ ਤੋਂ ਬਾਅਦ ਅਸੀਂ ਫਤਿਹਗੜ੍ਹ ਸਾਹਿਬ ਕੀਤੀ, ਉਹ ਲਾਸਟ ਉਦੋਂ ਬਾਅਦ ਫਿਰ ਆਣ ਕੇ ਕਰਨੇ ਸੀ। ਅਸੀਂ ਕਿ ਵੀ ਅਸੀਂ ਸਪੋਰਟ ਕਰ ਰਹੇ ਹਾਂ, ਸਾਡੀ ਪਾਰਟੀ 'ਚ ਖੜਨ ਦਾ ਕੋਈ ਮਗਾ। ਉਹ ਕਹਿੰਦਾ MLA ਬਣ ਕੇ, ਪਰ ਅਸੀਂ ਸਿੱਖ ਕੌਮ ਦਾ ਲੀਡਰ ਸੀ, ਚਾਹੁੰਦੇ ਵੀ ਸਾਡਾ ਹੀ ਕੋਈ ਗੱਲ ਕਰਨਾ ਹੋਵੇ ਹੱਕੀ ਮੰਗਾਂ ਦੀ, ਸਾਡਾ ਕੋਈ ਅਸੈਂਬਲੀ ਦੇ ਵਿੱਚ ਲੀਡਰ ਜਿੱਤ ਕੇ ਜਾਵੇ। ਇਹੀ ਸਾਡਾ ਟਾਰਗੇਟ ਸੀ। ਦੀਪ ਦਾ ਵੀ ਇਹ ਸੀ। ਸਾਡੇ ਮਤਲਬ ਅਸੀਂ ਉਹ ਦੱਸ ਹੀ ਨਹੀਂ ਸਕਦੇ ਜਿਹੜੇ ਸਾਡੇ ਸੋਚੇ ਹੋਏ ਸੀ ਕਿ ਅਸੀਂ ਪੰਜਾਬ ਨੂੰ ਬਚਾਉਣਾ ਕਿਵੇਂ ਹੈ, ਵੀ ਸਾਨੂੰ ਆ ਛੋਟੀਆਂ ਮੋਟੀਆਂ ਮੰਗਾਂ ਸਾਡੇ ਲਈ ਆ, ਜਿਵੇਂ ਕੁਛ ਦਿੱਤਾ, ਕਦੇ ਦਾਲ ਦਿੱਤਾ। ਹੁਣ ਬਿਜਲੀ ਹੈ, ਸਾਡੀ ਬਿਜਲੀ ਉਰੇ ਪੈਦਾ ਹੁੰਦੀ ਆ, ਦਿੱਲੀ ਦੇ ਵਿੱਚ ਬਿਜਲੀ ਜਾ ਰਹੀ ਹੈ, ਉੱਥੇ ਜਗਮਗ ਲਾਈਟਾਂ ਜਗਦੇ ਨੇ, ਸਭ ਕੁਝ ਹੁੰਦਾ, ਪਰ ਸਾਨੂੰ ਉਰੇ ਬਿਜਲੀ ਦਿੱਤੀ, ਸਾਨੂੰ ਕੀ ਮਿਲਦਾ? ਜ਼ੀਰੋ। ਸਾਨੂੰ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਸਾਨੂੰ ਹੱਕ ਮਿਲਣਾ ਚਾਹੀਦਾ। ਸੋ ਇਦਾਂ ਦੇ ਬਹੁਤ ਉਹ ਨੇ ਸਾਡੇ ਬਜ਼ੁਰਗਾਂ ਨੂੰ ਕਹਿਣਗੇ ਆਹ ਦੇ ਦਨੇ ਜੀ, ਆਹ ਦੇ ਦਨੇ। ਦੱਸੋ ਤੁਸੀਂ ਕੀ ਦਨੇ? ਕਿਉਂ ਇਦਾਂ ਤੁਸੀਂ ਲੋਕਾਂ ਨੂੰ ਭੁਖਾਰੀ ਸਮਝਦੇ? ਘਰ ਘਰ ਵੋਟ ਦੀ ਕੀਮਤ ਤੁਹਾਡੀ ਇੰਨੀ। ਮੈਂ ਇੱਕੋ ਹੀ ਤੁਹਾਡੇ ਚੈਨਲ ਦੇ ਜਰੀਏ, ਮੈਂ ਨਹੀਂ ਮਤਦਾਨ, ਉਹ ਕਹਿੰਦੇ ਵੀ ਦਾਨ ਇਹੋ ਜਿਹੀ ਜਗ੍ਹਾ ਕਰੋ ਜਿਹੜਾ ਤੁਹਾਡਾ ਚੰਗੇ ਪਾਸੇ ਲੱਗੇ। ਵੋਟ ਦਾ ਦਾਨ ਸਭ ਤੋਂ ਵੱਡੀ ਤੁਹਾਡੇ ਹੱਥ 'ਚ ਪਾਵਰ ਹੈ ਵੋਟ। ਤੁਸੀਂ ਕਿਸੇ ਨੂੰ, ਤੁਹਾਡੀਆਂ ਵੋਟਾਂ ਲੈ ਕੇ ਅਗਲਾ ਕੁਰਸੀ ਤੇ ਬਹਿ ਜਾਂਦਾ, ਫਿਰ ਤੁਹਾਡੀ ਕੋਈ ਜਾਤ ਨਹੀਂ ਪੁੱਛਦਾ। ਤੁਸੀਂ ਉਹ ਲੀਡਰ ਚੁਣੋ ਜਿਹੜਾ ਤੁਹਾਡੇ ਵਿੱਚ ਵਿਚਰੇ। ਇੱਕ ਹੁਣ ਇਹ ਗਨਮੈਨ ਲੈ ਦੇ ਜਿਹੜੇ ਸਾਡੇ ਦੇਸ਼ ਦੀ ਪੁਲਿਸ ਹੈ, ਉਹ ਇਹਨਾਂ ਨੇ MLA ਨੇ ਆਪਣੇ ਮਗਰ ਲਾ ਰੱਖੇ। ਦੇਸ਼ ਦਾ ਸੁਧਾਰ ਕਿੱਥੋਂ ਹੋਊਗਾ? ਤੇ ਉਹਨਾਂ ਨੂੰ ਆਪਣੇ ਇਹਨਾਂ ਨੇ ਹੱਥ ਦੇ ਵਿੱਚ ਲੈ ਰੱਖਿਆ। ਜੇ ਕੋਰਟ ਦੇ ਜੱਜ ਨੇ ਦੂਜੇ ਲਾਏ ਨੇ, ਉਹ ਵੀ ਇਹਨਾਂ ਦੇ ਕਿਸੇ ਨੂੰ ਉੱਥੇ ਇਨਸਾਨ ਵੀ ਜਿਹੜੇ ਕਾਨੂੰਨ ਦੇ ਇਹਨਾਂ ਨੇ ਧੱਜੀਆਂ ਡਾ ਰੱਖੀਆਂ ਨੇ। ਸੋ ਮੇਰੇ ਦੀਪ ਦਾ ਇਹੀ ਸੁਪਨਾ ਸੀਗਾ ਵੀ ਮੈਂ ਇਸ ਪੰਜਾਬ ਦੇ ਵਿੱਚ ਇੱਦਾਂ ਦਾ ਬਣਾਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ। ਤੇ ਪਰ ਉਹ ਇੱਕ ਸੂਰਜ ਸੀ, ਤਾਰਾ। ਕਿਉਂ ਇਹ ਕੌਮ ਨੂੰ ਹੀਰੇ ਬਿਰਲੇ ਬਿਰਲੇ ਕਿਤੇ ਮਿਲਦੇ ਨੇ, ਪਤਾ ਨਹੀਂ ਉਹ ਕਿਹੜੀ ਘੜੀ ਸੀ ਕਲੈਣੀ, ਜਿਹੜਾ ਸੂਰਜ ਸੀ ਉਹ ਹਨੇਰੀਆਂ ਰਾਤਾਂ ਨੇ ਖਾ ਲਿਆ, ਛੁਪ ਗਿਆ। ਅੱਜ ਅਸੀਂ ਫਿਰ ਉਹ ਸਾਡੇ ਤੋਂ ਘਾਟਾ ਮਹਿਸੂਸ ਨਹੀਂ ਹੋ ਜਾਂਦਾ। ਪਰ ਇੱਕ ਮੈਂ ਉਹਦੀ ਉਸ ਕਰਕੇ ਮੈਂ ਅੰਦਰੋਂ ਟੁੱਟੀ ਪਈ ਹਾਂ। ਪਰ ਮੈਂ ਆਂਦੀ ਸੀ ਮੇਰਾ ਪੁੱਤ ਜਾ ਰਿਹਾ, ਮੈਂ ਜ਼ਰੂਰ ਜਾਵਾਂਗੀ। ਮੈਂ ਹੌਸਲਾ ਰੱਖ ਕੇ ਤੇ ਇੱਥੇ ਫਿਰ ਮੈਂ ਦੁਨੀਆ 2 ਦਿਨ ਲਾਏ ਨੇ। ਪਰ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਹਿੰਦੇ ਕਿ ਮੇਰੀ ਜਿਹੜੀ ਪੁੱਤ ਦੀ ਸੋਚ ਸੀ ਬਹੁਤ ਉੱਚੀ ਸੀ, ਪਛਾਣ ਪਹਿਲਾਂ ਨਹੀਂ ਹੁੰਦੀ। ਜਾਣ ਤੋਂ ਕਹਿੰਦਾ ਹੁੰਦਾ ਸੀ, ਕਹਿੰਦਾ ਫਿਰ ਤੁਸੀਂ ਬਰਸੀਆਂ ਦੇ ਇਕੱਠੇ ਹੋਗੇ, ਤੁਸੀਂ ਹੁਣ ਇਕੱਠੇ ਹੋ ਜਾਓ, ਸਾਡੀ ਕੌਮ ਖਿਲਰੀ ਪਈ ਆ, ਇਕੱਠੀ ਹੋ ਜੇ। ਪਰਮਾਤਮਾ ਦੇ ਪਾਣੀ ਪੁੱਤ ਚਲਿਆ ਗਿਆ। ਹੁਣ ਕਿੰਨੇ ਨੌਜਵਾਨ ਨੇ ਦੀਪ ਦੇ ਲਈ ਜੂਝ ਰਹੇ ਨੇ, ਉਹਦੇ ਸੁਪਨੇ ਕਿਸ ਤਰ੍ਹਾਂ ਦੇਖਦੇ? ਮੈਨੂੰ
ਮਾਣ ਮਹਿਸੂਸ ਹੁੰਦਾ ਕਿ ਮੇਰੇ ਪੁੱਤ ਨੇ ਜਿਹੜਾ ਕਿਸੇ ਨੇ 20 ਸਾਲਾਂ 'ਚ ਨਹੀਂ ਸੀ ਕੀਤਾ, ਉਹਨੇ 1 ਸਾਲ ਡੇਢ ਦੇ ਵਿੱਚ ਹੀ ਉਹ ਨੌਜਵਾਨੀ ਨੂੰ ਜਗਾਇਆ। ਹੁਣ ਅੱਗੇ ਪਹਿਰਾ ਦੇਣ ਦੀ ਇਹਨਾਂ ਦੀ ਜ਼ਿੰਮੇਵਾਰੀ ਹੈ। ਜਿਵੇਂ ਕਹਿੰਦੇ ਨੇ ਵੀ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਹੁਣ ਜਦੋਂ ਉਸ ਪਹਿਰੇ ਤੇ ਇਹਨਾਂ ਨੇ ਚੱਲਣਾ ਹੈ, ਹੁਣ ਦੇਖਦੇ ਵੀ ਕਿੰਨਾ ਕਿ ਪੂਰ ਉਤਰਦੇ। ਜਦੋਂ ਸਾਡੀ ਜਥੇਬੰਦੀ ਬਣੀ ਸੀ ਸਾਡੀ ਇੱਕੋ ਹੀ ਸੀ, ਅਸੀਂ ਲਖੀਰ ਖਿੱਚ ਕੇ ਖੜੇ ਸੀ, ਇਹੀ ਕਹਿਤਾ ਸੀ ਵੀ ਭਾਈ ਜੀ ਦੇ ਬੱਚੇ ਨੇ, ਮਾਂ ਪਿਓ ਨੇ, ਬਜ਼ੁਰਗ ਨੇ, ਕੋਈ ਐਦਾਂ ਨਾ ਆਇਓ। ਸਾਨੂੰ ਜੇ ਉੱਥੇ ਤੱਕ ਨੌਬਤ ਹੋ ਗਈ ਗੋਲੀਆਂ ਦੀ, ਅਸੀਂ ਉਹ ਵੀ ਖਾਵਾਂਗੇ। ਜੇ ਸਾਡੇ ਪੈਸੇ ਸਰਕਾਰ ਸਾਡੇ ਤੇ ਕੋਈ ਵਾਰ ਕਰਦੀ ਅਸੀਂ ਚੱਲਾਂਗੇ, ਸਾਨੂੰ ਕੋਈ ਨਹੀਂ। ਅਸੀਂ ਪਰ ਇਸ ਚੀਜ਼ ਨਹੀਂ, ਅਸੀਂ ਸਿਰਫ ਟੇਬਲ ਟਾਕ ਤੇ ਵੀ ਤੱਕੜਿਆ, ਅਸੀਂ ਉੱਦਾਂ ਵੀ ਤੱਕੜਿਆ, ਅਸੀਂ ਹਾਰ ਨਹੀਂ ਮੰਨਣ ਵਾਲੇ। ਸਾਡੇ ਨਾਲ ਉਹੀ ਜਥੇਬੰਦੀ, ਅਸੀਂ ਉਹੀ ਸਾਡਾ ਗਰੁੱਪ ਸੀ ਜਿਹੜਾ ਸਾਡਾ ਕਾਮਯਾਬ ਵੀ ਹੋਇਆ ਤੇ ਨਾਲ ਚੱਲਦਾ ਵੀ ਰਿਹਾ। ਤੇ ਪਰ ਸਰਕਾਰ ਦੇ ਜਿਹੜੇ ਮਨਸੇ ਹੁੰਦੇ ਨੇ, ਤੁਹਾਨੂੰ ਪਤਾ, ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਉਹਦੇ ਪਿੱਛੇ ਏਜੰਸੀਆਂ ਦਾ ਕੰਮ, ਸਰਕਾਰਾਂ ਦਾ। ਉਹ ਆਪਣੇ ਮੂੰਹ ਵੀ ਕਹਿੰਦਾ ਸੀਗਾ ਵੀ ਮੈਨੂੰ ਕਦੇ ਵੀ ਸਰਕਾਰ ਕੁਝ ਵੀ ਕਰਾ ਸਕਦੀ ਹੈ। ਇਹ ਮੇਰੇ ਪੁੱਤ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਗੇਮ ਬਣਾ ਕੇ, ਪਲਾਨ ਬਣਾ ਕੇ ਇਹ ਕਰਿਆ ਗਿਆ। ਇਹ ਤਾਂ ਹੁਣ ਆਉਣ ਵਾਲੇ ਜਿਹੜਾ ਸਮਾਂ ਹੈ ਉਹਦੇ 'ਚ ਪਤਾ ਲੱਗੇਗਾ ਕਿ ਉਹ ਵੀ ਉਹਨਾਂ ਦੇ ਨੇ। ਸਾਨੂੰ ਕੋਈ ਇਨਸਾਫ ਨਹੀਂ ਮਿਲਣਾ ਇਹਦੇ ਵਿੱਚ, ਨਾ ਕਿਸੇ ਨੂੰ ਮਿਲਿਆ। ਹੁਣ ਲਖੀਮਪੁਰ ਦੇ ਵਿੱਚ ਸ਼ਰੇਆਮ ਨੌਜਵਾਨ ਦਰੜ ਤੇ ਦੇਖੋ ਜੀ, ਉਹ ਬੰਦਾ ਬਾਹਰ ਆ ਗਿਆ ਜ਼ਮਾਨਤ ਤੇ। ਸਾਡਾ ਜੁਝਾਰੂ ਸਿੰਘ ਰਾਜੋਆਣਾ, ਉਹ 1 ਘੰਟੇ ਦੀ ਪਰੋਲ ਮਿਲੀ ਉਹਨੂੰ ਪਿਓ ਦੇ ਭੋਗ ਤੇ, ਕਿ ਉਹਨੂੰ 1 ਦਿਨ ਵੀ ਨਹੀਂ। ਜਿਹੜੇ ਸਜ਼ਾਵਾਂ ਵੀ ਉਹਨਾਂ ਨੇ ਦੁੱਗਣੀਆਂ ਕੱਟ ਲਈਆਂ ਤੁਹਾਡੇ ਸਾਹਮਣੇ, 25 26 ਸਾਲ ਹੋ ਗਏ। ਕਾਨੂੰਨ ਤਾਂ ਫਿਰ ਇੱਥੇ ਹੈ ਹੀ ਨਹੀਂ ਨਾ। ਇਸ ਕਰਕੇ ਸਾਡਾ ਇਹੀ ਮਕਸਦ ਸੀ ਵੀ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਹਰ ਇੱਕ ਮੰਗ ਸਾਡੀ ਇਹ ਚੱਲ ਰਹੀ ਵੀ ਅਸੀਂ ਵਧੀਆ ਸੋਚ, ਵਧੀਆ ਇਨਸਾਫ ਅਸੀਂ ਲੈ ਕੇ ਦਈਏ। ਕਿ ਇੱਕੋ ਵਕੀਲ ਵੀ ਸੀ, ਇੱਕੋ ਸਿੱਖ ਕੌਮ ਦਾ ਹੀਰਾ ਵੀ ਸੀ, ਤੇ ਉਹ ਹੁਣ ਤਾਂ ਬਸ ਜਾਂਦੇ ਨੇ, ਦੇਖਦੇ ਨੇ। ਹੁਣ ਤਾਂ ਕਹਿੰਦੇ ਮਿੱਟੀ ਨਾ ਫਰੋਲ ਜੋਗੀਆ ਨਹੀਂ ਲੱਭਣੇ ਲਾਲ ਗਵਾਚੇ। ਹੁਣ ਤਾਂ ਉਹਦੀ ਉਸ ਮਾਲਕ ਦੇ ਅੱਗੇ ਜ਼ੋਰ ਨਾ ਚੱਲਦਾ ਹੈ, ਉਸ ਮਾਲਕ ਦੇ ਬਿਨਾਂ ਪੱਤਾ ਨਾ ਹਲਦਾ ਹੈ। ਕਿਤੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੈ ਮਲਾਲ ਤੁਹਾਡੇ ਕਿ ਕਦੇ ਫੇਰ ਮੈਨੂੰ ਦੀਪ ਸਿੱਧੂ? ਮੈਂ ਇੱਕੋ ਹੀ ਪ੍ਰਮਾਤਮਾ ਨੂੰ ਕਹਿੰਦੀ ਹਾਂ ਵੀ ਹੇ ਮਾਲਕਾ, ਇੱਕ ਮੇਰਾ ਪੁੱਤ ਸੀ, ਉਹ ਵੀ ਯੋਧਾ ਸੀ, ਜੁਝਾਰੂ ਸੀ, ਮੈਨੂੰ ਮਾਣ ਸੀ ਆਪਣੇ ਪੁੱਤ ਤੇ ਵੀ, ਗੁਰਵਿੰਦਰ ਤੇ ਅਗਲੀ ਵਾਰ ਵੀ ਉਹ ਮੇਰੀ ਕੁੱਖ ਤੋਂ ਜਨਮ, ਦੀਪ ਨੂੰ ਮੈਂ ਜਨਮ ਇਸ ਜਨਮ ਨਹੀਂ, ਅਗਲੀ ਵਾਰ ਜਨਮ ਮੇਰੀ ਕੁੱਖ ਤੋਂ ਲਵੇ ਤੇ ਮੈਂ ਉਹਨੂੰ ਫੇਰ ਯੋਧਾ ਬਣਾਵਾਂ, ਫੇਰ ਇੱਕ ਵਾਰਸ ਬਣ ਕੇ ਉਹ ਇਸ ਪੰਜਾਬ ਦੀ ਤੇ ਭਾਰਤ ਦੀ ਆਪਣੇ ਦੀ ਉਹ ਰੱਖਿਆ ਕਰੇ। ਤੇ ਮੈਂ ਇਹੀ ਪ੍ਰਮਾਤਮਾ ਮੈਨੂੰ ਜਲਦੀ ਤੋਂ ਜਲਦੀ ਇੱਥੋਂ ਇਸ ਦੁਨੀਆ ਤੋਂ ਲੈ ਜਾ, ਤਾਂ ਕਿ ਮੈਂ ਅਗਲਾ ਜਨਮ ਲੈ ਕੇ ਤੇ ਜਵਾਨ ਹੋ ਕੇ ਤੇ ਮੈਨੂੰ ਇਸ ਤਰ੍ਹਾਂ ਦਾ ਹੀ ਯੋਧਾ ਮੇਰੀ ਕੁੱਖੋਂ ਜਨਮ ਲਵੇ। ਤੇ ਮੈਂ ਲੋਕ ਕਹਿੰਦੇ ਨੇ ਅਮਰ ਹੋਵੇ, ਮੈਂ ਨਹੀਂ, ਮੇਰਾ ਪੁੱਤ ਦੁਬਾਰਾ ਜਨਮ ਲੈ ਕੇ ਇਹਨਾਂ ਨੂੰ ਉਸ ਕਰਨ ਵਾਸਤੇ, ਇਸ ਨੂੰ ਸਾਂਭਣ ਵਾਸਤੇ ਹੋਵੇ। ਵੈਸੇ ਤਾਂ ਪ੍ਰਮਾਤਮਾ ਨੇ ਪਤਾ ਨਹੀਂ ਕਿਹੜਾ ਦੀਪ ਪੈਦਾ ਕਰ ਦੇਣਾ। ਇੱਥੇ ਬਹੁਤ ਚਿੰਗ ਲੱਗ ਗਈ ਆ, ਹੁਣ ਤਾਂ ਹਰ ਇੱਕ ਦੀਪ ਲੱਗਦਾ। ਬਾਕੀ ਜਿਹੜੇ ਉਹਦਾ ਪਹਿਰਾ ਦੂਗਾ ਉਦੋਂ ਪਤਾ ਚੱਲੇਗਾ ਵੀ ਕੌਣ ਚੱਲਦਾ ਉਹਦੇ ਪਹਿਰੇ ਤੇ। ਬਹੁਤ ਭਾਈ ਤੁਸੀਂ ਲੰਮਾ ਸਮਾਂ ਜਿਹੜਾ ਦੀਪ ਸਿੱਧੂ ਨਾਲ ਉੱਥੇ ਵਿਚਰੇ ਹੋ ਕਿਸਾਨੀ ਅੰਦੋਲਨ ਦੇ ਵਿੱਚ, ਕੀ ਕਹਿਣਾ ਚਾਹੁੰਦੇ ਹੋ ਹਲਕਾ ਮਰਕਜ਼? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੱਧੂ ਸਾਡਾ ਵੀਰ ਸੀ ਛੋਟਾ, ਬਹੁਤ ਮਿਲਣਸਾਰ ਮਿੱਠਾ ਸੁਭਾਅ ਦਾ ਸੀ। ਜਦੋਂ ਮੈਂ ਪਹਿਲੀ ਵਾਰੀ ਮਿਲਿਆ, ਰਾਤ ਦੇ 12 ਵਜੇ ਹੋਏ ਸੀ, ਸਾਡੇ ਕੋਲੇ ਆ ਗਿਆ, ਬਹੁਤ ਸਤਿਕਾਰ ਦੇ ਨਾਲ ਮਿਲਿਆ। ਬਸ ਉਹਨੇ ਸਾਨੂੰ ਆਪਣਾ ਹੀ ਬਣਾ ਲਿਆ। ਜੋ ਵੀ 26 ਜਨਵਰੀ ਤੱਕ ਅਸੀਂ ਇਕੱਠੇ ਹੀ ਰਹੇ ਹਾਂ। ਉਸ ਤੋਂ ਬਾਅਦ ਵੀ ਜਦੋਂ ਜੇਲ੍ਹ ਹੋਈ ਉਸ ਤੋਂ ਬਾਅਦ ਵੀ ਫਿਰ ਵੀ ਇਕੱਠੇ ਅਸੀਂ ਰਹਿੰਦੇ ਹਾਂ। ਸਾਡੇ ਕੋਲ ਟੈਲੀਫੋਨਾਂ 'ਤੇ ਗੱਲ ਹੁੰਦੀ ਸੀ, ਵੈਸੇ ਵੀ 2-2 ਘੰਟੇ ਸਾਡੇ ਕੋਲੇ ਗੱਲਬਾਤ ਕਰਦੇ ਰਹੇ ਸੀ। ਹੁਣ ਪਿੱਛੇ ਜੇ ਹੋਈ ਸੀ ਗੱਲ ਉਹਨਾਂ ਨਾਲ 2 ਘੰਟੇ। ਜੋ ਉਹਨਾਂ ਦੀ ਸੋਚ ਸੀ, ਐਡਾ ਪੜ੍ਹਿਆ ਲਿਖਿਆ ਨੌਜਵਾਨ, ਦੂਰ ਦ੍ਰਿਸ਼ਟੀ ਦੀ ਸੋਚ ਸੀ। ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ। ਪੰਜਾਬ ਦੇ ਵਿੱਚ ਜਿਹੜਾ ਨਸ਼ਾ, ਸਾਡੇ ਨੌਜਵਾਨ ਗਰਕ ਹੋ ਗਏ, ਨਸ਼ੇ ਨੂੰ ਖਤਮ ਕਰਨਾ ਚਾਹੁੰਦਾ ਸੀਗਾ। ਪੰਜਾਬ ਦੀ ਜਵਾਨੀ ਨੂੰ, ਕਿਸਾਨੀ ਨੂੰ, ਪਾਣੀਆਂ ਨੂੰ ਬਚਾਉਣਾ ਚਾਹੁੰਦਾ ਸੀ ਉਹ। ਤੇ ਉਹ ਕਹਿੰਦੇ ਵੀ ਹੁਣ ਸਾਡੀ ਅਣਖ ਦੀ ਲੜਾਈ ਆ, ਹੋਂਦ ਦੀ ਲੜਾਈ ਆ। ਜਿਹੜੇ ਸਾਡੇ ਨੌਜਵਾਨ ਅੱਜ ਤੱਕ ਜਿਹੜੇ ਇਹਨਾਂ ਲੀਡਰਾਂ ਨੇ ਲੁੱਟ ਲਏ, 70 ਸਾਲ ਤੋਂ ਲੁੱਟ ਰਹੇ ਨੇ, ਲੁੱਟ ਖਸੁੱਟ ਹੋ ਰਹੀ ਆ, ਉਹਨਾਂ ਨੂੰ ਕਿਵੇਂ ਰੋਕਣਾ, ਉਹ ਦੂਰ ਦੇਸ਼ ਦੀਆਂ ਗੱਲਾਂ ਕਰਦਾ ਸੀ। ਅਸੀਂ ਦੇਖੋ, ਉਹਨੇ ਇੱਕ ਵਾਰਸ ਪੰਜਾਬ ਦੇ ਪਾਰਟੀ ਖੜੀ ਕੀਤੀ ਸੀ। ਚੋਣਾਂ ਤੋਂ ਬਾਅਦ ਅਸੀਂ ਉਸ ਜਿਹੜਾ ਵਾਰਸ ਪੰਜਾਬ ਦੇ ਘਰ ਘਰ ਪੈਦਾ ਕਰ ਦਾਂਗੇ, ਉਸ ਇੱਕ ਵਿਸ਼ਾਲ ਰੂਪ ਉਹਨੂੰ ਦੇਵਾਂਗੇ ਤੇ ਘਰ ਘਰ ਜਿਹੜਾ ਉਹਦਾ ਸੁਨੇਹਾ ਲਾਵਾਂਗੇ। ਦੀਪ ਸਿੱਧੂ ਦੀ ਸੋਚ ਦੇਖੋ, ਸਰੀਰ ਕਰਕੇ ਬੇਸ਼ੱਕ ਦੀਪ ਸਿੱਧੂ ਸਾਥੋਂ ਚਲਿਆ ਗਿਆ ਦੂਰ, ਪਰ ਉਹਦੀ ਸੋਚ ਕੰਮ ਕਰਦੀ ਆ। ਉਹਦੀ ਸੋਚ ਸਾਡੇ ਕੋਲ ਹੈਗੀ ਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਜਿਹੜੀ ਸੋਚ ਸੀ, ਉਸ ਉੱਤੇ ਦੀਪ ਸਿੱਧੂ ਨੇ ਪਹਿਰਾ ਦਿੱਤਾ। ਉਹੀ ਸੋਚ ਕੰਮ ਕਰਦੀ ਸੀ। ਅੱਜ ਉਹੀ ਸੋਚ ਦੀਪ ਸਿੱਧੂ ਦੀ ਕੰਮ ਕਰ ਰਹੀ ਹੈ ਨੌਜਵਾਨਾਂ ਦੇ ਵਿੱਚ।
ਜੇ 1.5 ਸਾਲਾਂ ਦੇ ਵਿੱਚ ਪਹਿਲਾਂ ਕਿਹੜਾ ਜਾਣਦਾ ਸੀ ਦੀਪ ਸਿੱਧੂ ਨੂੰ। 1.5 ਸਾਲਾਂ ਜਦ ਦਾ ਕਿਸਾਨੀ ਮੋਰਚਾ ਲੱਗਿਆ ਉਦੋਂ ਤੋਂ ਪਤਾ ਲੱਗਿਆ ਵੀ ਦੀਪ ਸਿੱਧੂ ਹੈਗਾ। ਫਿਲਮਾਂ ਦੇ ਵਿੱਚ ਆਉਂਦਾ ਸੀ, ਉਹ ਵੱਖਰੀ ਗੱਲ ਆ। ਜੋ ਉਹਨੇ ਪਿਆਰ ਤੇ ਜੋ ਉਹਦੀ ਸੋਚ 1.5 ਸਾਲਾਂ ਦੇ ਵਿੱਚ ਕੰਮ ਕੀਤੀ ਆ, ਪੂਰਾ ਵਰਲਡ ਦੇ ਵਿੱਚ ਜਿਹੜਾ ਆ ਤੁਸੀਂ ਦੇਖਿਆ ਉਹਦੇ ਜਾਣ ਤੋਂ ਬਾਅਦ ਜੋ ਵਰਲਡ ਦੇ ਬੱਚੇ ਦਾ ਮਨ ਦੁਖੀ ਹੋਇਆ ਉਹਦੇ ਜਾਣ ਤੋਂ ਬਾਅਦ। ਇੱਕ ਨਵੀਂ ਲਹਿਰ ਉੱਠ ਖੜੀ ਪੰਜਾਬ ਨੂੰ ਬਚਾਉਣ ਵਾਸਤੇ, ਉਹਦੀ ਸੋਚ ਤੇ ਪਹਿਰਾ ਦੇਣ ਵਾਸਤੇ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਇਕੱਠਾ ਕਰਕੇ ਯੂਥ ਨੂੰ, ਜਿਹੜੇ ਬੇਦਾਗ ਸ਼ਖਸੀਅਤਾਂ ਨੇ ਜਿਨ੍ਹਾਂ ਜਿਹੜੇ ਦਾਗੂ ਨਹੀਂ ਬਕਾਊ ਨਹੀਂ, ਉਹਨਾਂ ਨੂੰ ਵੀ ਅਸੀਂ ਨਾਲ ਲਵਾਂਗੇ। ਅਸੀਂ ਉਹਦੀ ਸੋਚ ਦਾ ਜਿਹੜਾ ਉਹ ਪਹਿਰਾ ਠੋਕ ਕੇ ਦਿਨ ਰਾਤ ਪਹਿਰਾ ਦੇਵਾਂਗੇ, ਉਸ ਨੂੰ ਅਸੀਂ ਲੈ ਕੇ ਘਰ ਘਰ ਲੈ ਕੇ ਜਾਵਾਂਗੇ। ਹਲਕਾ ਅਮਰਗੜ੍ਹ ਨੂੰ ਲੈ ਕੇ ਕੀ ਨੌਜਵਾਨਾਂ ਨੂੰ? ਮੇਰਾ ਹਲਕਾ ਅਮਰਗੜ੍ਹ ਦੇ ਨੌਜਵਾਨਾਂ ਨੂੰ ਕੀ ਸਾਰੇ ਹਲਕੇ ਅਮਰਗੜ੍ਹ ਨੂੰ ਬੇਨਤੀ ਆ, ਦੀਪ ਸਿੱਧੂ ਨੇ ਕਿਹਾ ਸੀ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਤਾਓ। ਸਾਡਾ ਹੱਕ ਬਣਦਾ ਉਹਨਾਂ ਨੂੰ ਜਿਤਾਉਣ ਦਾ। ਇੱਕੋ ਇੱਕ ਉਹ ਪੰਥਕ ਜਥੇਬੰਦੀ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਹੜੀ ਸਿੱਖਾਂ ਦੀ ਪਹਿਰੇਦਾਰ ਆ। ਬਾਕੀ ਤਾਂ ਅਕਾਲੀ ਦਾਲਾਂ ਹੀ ਨੇ, ਦਲ ਅਕਾਲੀ ਕੁਲੀ ਕੋਈ ਨਹੀਂ। ਅਕਾਲੀ ਅਸਲ ਸਿਮਰਜੀਤ ਸਿੰਘ ਮਾਨ ਆ, ਜਿਹੜੇ ਹੱਕ ਤੇ ਸੱਚ ਤੇ ਡਟ ਕੇ ਖੜਾ। ਅੱਜ ਤੱਕ ਉਹ ਡੋਲਿਆ ਨਹੀਂ, ਵਿਗਿਆ ਨਹੀਂ, ਝੁਕਿਆ ਨਹੀਂ, ਡਰਿਆ ਨਹੀਂ। ਕਈ ਵਾਰੀ ਲੜਾਈਆਂ ਲੜਨੀਆਂ ਪੈਂਦੀਆਂ ਨੇ, ਜਿੱਤਣ ਵਾਸਤੇ ਨਹੀਂ ਉਹ ਲੜੀਆਂ ਜਾਂਦੀਆਂ। ਉਹ ਦਿਖਾਉਣਾ ਪੈਂਦਾ ਵੀ ਅਸੀਂ ਅਜੇ ਜਿਉਂਦੇ ਹਾਂ, ਸਿੱਖ ਕੌਮ ਜਿਉਂਦੀ ਹੈ, ਦਿਖਾਉਣ ਵਾਸਤੇ ਲੜੀਆਂ ਜਾਂਦੀਆਂ ਨੇ। ਇਸ ਕਰਕੇ ਅਮਰਗੜ੍ਹ ਦੇ ਹਲਕੇ ਦੇ ਲੋਕਾਂ ਨੂੰ, ਪੂਰੇ ਪੰਜਾਬ ਦੇ ਮਤਲਬ ਲੋਕਾਂ ਨੂੰ ਅਪੀਲ ਕਰਦਾ ਕਿ ਸਾਰੇ ਉਮੀਦਵਾਰਾਂ ਨੂੰ ਜਿਤਾਓ, ਇਹਨਾਂ ਦੀ ਸਰਕਾਰ ਲੈ ਕੇ ਆਓ ਜਿਹੜੇ ਹੱਕ ਸੱਚ ਦੇ ਲੜਦੇ ਨੇ। ਅੱਜ ਜਿਹੜੀਆਂ ਖਬਰਾਂ ਮਿਲਦੀਆਂ ਨੇ ਵੀ ਜਿਹੜੇ ਪਹਿਲਾਂ ਹੀ ਸਰਕਾਰਾਂ ਬਣਨ ਤੋਂ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰੀ ਜਾਣਗੇ, ਜਦੋਂ ਸਰਕਾਰਾਂ ਉਹਨਾਂ ਦੀਆਂ ਆ ਗਈਆਂ ਫਿਰ ਉਹ ਕੀ ਸਾਡੇ ਨਾਲ ਕਰਨਗੇ। ਇਸ ਕਰਕੇ ਸਿਮਰਜੀਤ ਸਿੰਘ ਮਾਨ ਦੀ ਸਰਕਾਰ ਲੈ ਕੇ ਆਓ, ਉਹਨਾਂ ਨੂੰ ਜਿਤਾਓ। ਇਹ ਅਪੀਲ ਆ ਸਾਰਿਆਂ ਨੂੰ, ਬੇਨਤੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਬਾਈ ਜੀ, ਤੁਸੀਂ ਲੰਮਾ ਸਮਾਂ ਦੀਪ ਸਿੱਧੂ ਦੇ ਨਾਲ ਗੁਜ਼ਾਰਿਆ, ਅੱਜ ਤੁਸੀਂ ਇੱਥੇ ਹਲਕਾ ਅਮਰਗੜ੍ਹ ਦੇ ਵਿੱਚ ਪਹੁੰਚੇ ਹੋ, ਕੀ ਕਹਿਣਾ? ਇਹ ਦੀਪ ਦੀ ਲਾਈ ਵੀ ਡਿਊਟੀ ਆ। ਮੇਰੀ ਸਮਝ ਦੇ ਅਨੁਸਾਰ ਮੈਂ ਮਾਨ ਸਾਹਿਬ ਦੇ ਹੱਕ 'ਚ ਬਹੁਤ ਪਹਿਲਾਂ ਪੋਸਟ ਪਾਤੀ ਸੀ। ਉਦੋਂ ਬਾਅਦ ਦੀਪ ਇੱਥੇ ਫੀਲਡ ਦੇ ਵਿੱਚ ਵੀ ਆਇਆ। ਜੇ ਦੀਪ ਅੱਜ ਸਰੀਰਕ ਰੂਪ 'ਚ ਹਾਜ਼ਰ ਹੁੰਦਾ ਤਾਂ ਹੋ ਸਕਦਾ ਮੈਂ ਫੀਲਡ ਦੇ ਵਿੱਚ ਨਾ ਆਉਂਦਾ, ਪਰ ਮੈਨੂੰ ਪਤਾ ਸੀ ਕਿ ਅੱਜ ਆਖਰੀ ਦਿਨ ਆ ਔਰ ਅੱਜ ਮੈਂ ਫੀਲਡ ਦੇ ਵਿੱਚ ਜਾਣਾ ਹੀ ਜਾਣਾ। ਮੈਂ 53 ਸਾਲ ਮੇਰੀ ਉਮਰ ਹੈ, ਮੈਂ ਨਾ ਕਦੇ ਵੋਟ ਪਾਈ, ਨਾ ਕਿਸੇ ਰਾਜਨੀਤਿਕ ਪਾਰਟੀ ਦੇ ਹੱਕ 'ਚ ਕੋਈ ਪ੍ਰਚਾਰ ਕੀਤਾ, ਪਰ ਮੈਂ ਮਾਨ ਸਾਹਿਬ ਦੇ ਲਈ ਪ੍ਰਚਾਰ ਕੀਤਾ ਜਿੰਨਾ ਵੀ ਮੈਂ ਕਰ ਸਕਦਾ ਸੀ। ਅੱਜ ਵੀ ਮੈਂ ਜੇ ਇੱਥੇ ਖੜ੍ਹਾ ਤਾਂ ਇਸ ਕਰਕੇ ਖੜ੍ਹਾ ਕਿ ਜੇ ਸਾਡਾ ਦੀਪ ਹੁੰਦਾ ਤਾਂ ਉਹਨੇ ਇੱਥੇ ਸ਼ੇਰ ਵਾਂਗੂ ਗਰਜਣਾ ਸੀ। ਬਹੁਤ ਵੱਡੀ ਸਭਾ ਹੋਣੀ ਸੀ, ਨੌਜਵਾਨਾਂ ਦਾ ਇੱਕ ਅਲੱਗ ਰੂਪ ਹੋਣਾ ਸੀ, ਪਰ ਚਲੋ ਉਹ ਹੈ ਨਹੀਂ। ਦਲਜੀਤ ਕਲਸੀ ਵੀਰ ਆ ਜਾਂ ਮੈਂ ਆ ਜਾਂ ਹੋਰ ਵੀ ਜਿਹੜੇ ਨਜ਼ਦੀਕੀ ਨੇ, ਬਾਈ ਬਖਸ਼ੀਸ਼ ਆ, ਅਸੀਂ ਥੋੜ੍ਹੀ ਇੱਥੇ। ਇਹ ਅਮਰਦੀਪ ਸਿੰਘ ਗਿੱਲ ਨਹੀਂ ਗਾ, ਇਹ ਤਾਂ ਉਹਦਾ ਪਰਛਾਵਾਂ, ਇੱਕ ਉਹਦਾ ਇੱਕ ਦੂਤ ਆ ਜਿਹੜਾ ਉਹਨੇ ਮੈਨੂੰ ਹੁਕਮ ਕੀਤਾ, ਮੇਰੀ ਆਤਮਾ ਕਿ ਆ ਜਾਣਾ ਪਊਗਾ। ਮੈਨੂੰ ਸਰ ਕਹਿੰਦਾ ਹੁੰਦਾ ਸੀ ਕਿ ਸਰ ਤੋਂ ਮੈਂ ਆਇਆ ਮਾਨ ਸਾਹਿਬ ਦੇ ਲਈ ਸਾਰਾ ਦਿਨ ਪਿੰਡਾਂ ਦੇ ਵਿੱਚ ਰਹੇ ਔਰ ਮੈਨੂੰ ਉਹੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿੱਥੇ ਜਿੱਥੇ ਦੀਪ ਨੂੰ ਅਸੀਂ ਜਿਉਂਦਾ ਰੱਖ ਸਕਦੇ ਹਾਂ ਉੱਥੇ ਉੱਥੇ ਤਾਂ ਅਸੀਂ ਰੱਖਾਂਗੇ ਤੇ ਰੱਖਣਾ ਚਾਹੀਦਾ। ਔਰ ਹਲਕਾ ਅਮਰਗੜ੍ਹ ਦੇ ਜਿਹੜੇ ਵੋਟਰ ਹੈ ਉਹਨਾਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਕਿ ਮਾਨ ਸਾਹਿਬ ਨੂੰ ਜਿਤਾਓ, ਕਿਉਂਕਿ ਇਹ ਮੈਨੂੰ ਲੱਗਦਾ ਪਰਮਾਤਮਾ ਕਰੇ ਮੈਂ ਗਲਤ ਹੋਵਾਂ, ਮਾਨ ਸਾਹਿਬ ਦੀ ਬਹੁਤ ਵੱਡੀ ਉਮਰ ਹੋਵੇ ਕਿ ਸ਼ਾਇਦ ਉਹ ਬਾਅਦ ਦੇ ਵਿੱਚ ਕਿਤੇ ਪੈਸਿਵ ਨਾ ਹੋ ਜਾਣ, ਘਰੇ ਨਾ ਬੈਠ ਜਾਣ। ਉਹਨਾਂ ਨੂੰ ਤੁਰਦੇ ਫਿਰਦੇ ਰੱਖਣ ਲਈ, ਉਹਨਾਂ ਨੂੰ ਸਰਗਰਮ ਰੱਖਣ ਲਈ, ਸ਼ੇਰ ਨੂੰ ਸ਼ੇਰ ਬਣਾਏ ਰੱਖਣ ਦੇ ਲਈ ਉਹਨਾਂ ਦਾ ਜਿੱਤਣਾ ਬਹੁਤ ਜ਼ਰੂਰੀ ਹੈ। ਤੁਸੀਂ ਇਹ ਗੱਲ ਲੰਮਾ ਸਮਾਂ ਜਿਹੜਾ ਦੀਪ ਸਿੱਧੂ ਨਾਲ ਗੁਜ਼ਾਰਿਆ ਵੀ ਆ ਔਰ ਕਈ ਫਿਲਮਾਂ ਵੀ ਤੁਹਾਡੀਆਂ ਉਹਨਾਂ ਨੇ ਕੀਤੀਆਂ ਨੇ ਜੀ ਜੀ। ਇੰਨੀ ਐਸੋ ਰਾਮ ਦੀ ਜਿਹੜੀ ਜ਼ਿੰਦਗੀ ਨੂੰ ਛੱਡ ਕੇ ਉਹਨਾਂ ਦਾ ਸੰਘਰਸ਼ ਦੇ ਵਿੱਚ ਕੁੱਦ ਜਾਣਾ, ਪਹਿਲਾਂ ਕਿਸਾਨੀ ਸੰਘਰਸ਼ ਦੇ ਲਈ, ਫਿਰ ਮਾਨ ਸਾਹਿਬ ਦੇ ਲਈ ਜੀ, ਇਹ ਕੀ ਕਾਰਨ ਹੈ? ਦੀਪ ਬਹੁਤ ਭਾਵਕ ਬੰਦਾ ਸੀ, ਬਹੁਤ ਸਾਫ਼ ਦਿਲ, ਬਹੁਤ
ਜੋਸ਼ ਸੀ। ਮੈਂ ਦੀਪ ਨੂੰ 2015 ਦੇ ਵਿੱਚ ਮਿਲਿਆ ਤੇ ਮੈਂ ਬੰਬਈ, ਦੀਪ ਨੇ ਮੈਨੂੰ ਬੁਲਾਇਆ ਤੇ ਮੈਂ ਬੰਬਈ ਜਾ ਕੇ ਰਹਿਣ ਲੱਗ ਗਿਆ। ਜਦੋਂ ਸਨੀ ਦਿਓਲ ਬੀਜੇਪੀ ਦੀਆਂ ਵੋਟਾਂ 'ਚ ਖੜਾ ਹੋਇਆ ਗੁਰਦਾਸਪੁਰ, ਉਦੋਂ ਤੱਕ ਦੀਪ ਹੋਰ ਬੰਦਾ ਸੀ। ਜਦੋਂ ਬੀਜੇਪੀ ਦੀਆਂ ਵੋਟਾਂ 'ਚ ਉਹਨੇ ਦੇਖਿਆ ਸਾਰਾ ਮਾਹੌਲ, ਉਹਨੇ ਸਮਝਿਆ ਕਿ ਪੰਜਾਬ ਦੀ ਰਾਜਨੀਤੀ ਲਈ ਜਾਂ ਪੰਜਾਬ ਲਈ ਇਹ ਲੋਕ ਕਿਵੇਂ ਖਤਰਨਾਕ ਨੇ, ਤਾਂ ਆ ਕੇ ਉਹਨੇ ਮੇਰੇ ਨਾਲ ਗੱਲ ਕੀਤੀ। ਫਿਰ ਮੈਂ ਉਹਦੇ ਨਾਲ ਗੱਲ ਕੀਤੀ, ਉਹਨੂੰ ਬਹੁਤ ਇੱਕ ਦੂਜੇ ਨਾਲ ਅਸੀਂ ਡਿਸਕਸ ਕਰਦੇ, ਕਿਤਾਬਾਂ ਦੀ ਗੱਲ ਕਰਦੇ। ਫਿਰ ਉਹ ਇੱਕ ਇਸ ਰਾਹ 'ਤੇ ਤੁਰਿਆ, ਕਿਤਾਬਾਂ ਪੜ੍ਹੀਆਂ, ਵਿਦਵਾਨਾਂ ਦੀਆਂ ਇੰਟਰਵਿਊਜ਼ ਸੁਣੀਆਂ ਉਹਨੇ, ਫਿਰ ਉਹ ਹੋਰ ਦੀਪ ਬਣ ਗਿਆ। ਪਰ ਉਹ ਬਹੁਤ ਟੈਲੈਂਟਡ, ਬਹੁਤ ਤੇਜ਼ ਬੰਦਾ ਸੀ। ਇਸ ਕਰਕੇ ਜਿਹੜੀ ਸਟੱਡੀ ਕੋਈ ਬੰਦਾ 10-15 ਸਾਲ 'ਚ ਕਰਦਾ, ਉਹਨੇ 6 ਮਹੀਨਿਆਂ 'ਚ ਕਰ ਲਈ। ਉਹ ਆਪਾਂ ਦੇਖੀ ਆ ਸਾਰਿਆਂ ਨੇ। ਔਰ ਉਹ ਜਦੋਂ ਇੱਥੇ ਆਇਆ, ਕੁਦਰਤੀ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਉਹ ਸ਼ੰਭੂ ਬਾਰਡਰ 'ਤੇ ਬੈਠ ਗਿਆ ਕਿ ਪੰਜਾਬ ਲਈ ਲੜਨਾ। ਜਿਹੜੇ ਉਹਦੇ 'ਤੇ ਇਲਜ਼ਾਮ ਵੀ ਲੱਗੇ, ਉਹ ਇਸ ਕਰਕੇ ਲੱਗੇ ਕਿ ਸਾਡੇ ਲੋਕਾਂ ਨੂੰ ਇੰਨੇ ਸੱਚੇ ਲੋਕਾਂ ਦੀ ਆਦਤ ਨਹੀਂ ਗੀ। ਉਹਨੂੰ ਲੱਗਦਾ ਇੰਨਾ ਸੱਚਾ ਕਿਵੇਂ ਹੋ ਸਕਦਾ ਬੰਦਾ, ਜਾਂ ਇੰਨਾ ਨਿਡਰ ਕਿਵੇਂ ਹੋ ਸਕਦਾ ਬੰਦਾ, ਇਹਦੇ ਪਿੱਛੇ ਹੋਊਗਾ ਕੋਈ। ਪਰ ਗੱਲ ਇਹ ਆ ਕਿ ਪਿੱਛੇ ਨਹੀਂ ਹੁੰਦਾ ਕੋਈ, ਅੰਦਰ ਹੁੰਦਾ ਤੁਹਾਡੇ, ਸੱਚ ਤੁਹਾਡੇ ਅੰਦਰ ਹੁੰਦਾ, ਹਿੰਮਤ ਤੁਹਾਡੇ ਅੰਦਰ ਹੁੰਦੀ ਆ। ਦਲੇਰ ਸੀਗਾ ਉਹ। ਔਰ ਉਹਨੇ 1.5 ਸਾਲ ਦੇ ਵਿੱਚ ਤੁਸੀਂ ਦੇਖੋ ਵੀ ਪੰਜਾਬ ਦਾ ਜਿਹੜਾ ਯੂਥ ਆ ਉਹਨੂੰ ਕਿਵੇਂ ਪ੍ਰਭਾਵਿਤ ਕੀਤਾ, ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕੀਤਾ। ਉਹ ਕੁਦਰਤੀ ਗੱਲ ਇਹ ਜੁੜੀ ਹੋਈ ਸੀ ਕਿ ਜੋਰਾ 10 ਨੰਬਰੀਆ ਵੀ ਇੱਕ ਰਾਜਨੀਤਿਕ ਫਿਲਮ ਸੀ। ਜੋਰਾ 10 ਨੰਬਰੀਆ ਦਾ ਸੈਕੰਡ ਚੈਪਟਰ ਵੀ ਸੀ। ਉਹ ਗੱਲਾਂ ਜਿਹੜੀਆਂ ਉਹਦੀਆਂ ਲੋਕਾਂ ਦੇ ਯਾਦ ਆ ਮੂੰਹਾਂ 'ਤੇ, ਉਹ ਮੇਰੇ ਲਿਖੇ ਹੋਏ ਡਾਇਲੌਗ ਨੇ, ਹੈ ਨਾ। ਉਹਦੀ ਜ਼ਿੰਦਗੀ ਵੀ ਉਹਨਾਂ ਡਾਇਲੌਗਾਂ ਵਰਗੀ ਹੀ ਸੀ। ਉੱਥੋਂ ਹੀ ਉਹਨੇ ਅੱਗੇ ਦੀ ਅੱਗੇ ਉਹਨੇ ਲਿਆ। ਹੁਣ ਤਾਂ ਉਹ ਬਹੁਤ ਵੱਡਾ ਹੋ ਗਿਆ, ਮਤਲਬ ਫਿਲਮਾਂ ਤਾਂ ਬਹੁਤ ਛੋਟੀਆਂ ਰਹਿ ਗਈਆਂ, ਉਹਦਾ ਬਹੁਤ ਜ਼ਿਆਦਾ ਵੱਡਾ ਹੋ ਗਿਆ। ਉਹ ਮਤਲਬ ਐਂ ਦੇਖਣਾ ਪਊਗਾ ਸਾਨੂੰ ਉਹਦੇ ਵੱਲ। ਤੇ ਪਰ ਗੱਲ ਇਹ ਆ ਕਿ ਸਮਾਂ ਘੱਟ ਸੀ। ਪਰ ਮੈਨੂੰ ਕਦੇ ਐਂ ਵੀ ਲੱਗਦਾ ਕਿ ਸੂਰਮਿਆਂ ਕੋਲੇ, ਦਲੇਰਾਂ ਮਰਦਾਂ ਕੋਲੇ ਸਮਾਂ ਘੱਟ ਹੀ ਹੁੰਦਾ। ਉਹਨਾਂ ਨੇ ਕਿਹੜਾ ਮਤਲਬ ਅੱਡੀਆਂ ਰਗੜ ਕੇ ਮਰਨਾ ਹੁੰਦਾ ਵੀ ਮੰਜੇ 'ਤੇ ਪਿਆ ਜੀ, ਉਹਦੀ ਢੂਹੀ ਟੁੱਟ ਗਈ ਜੀ, ਉਹਦੇ ਕੀੜੇ ਪੈ ਗਏ ਜੀ, ਉਹਦੇ ਗੋਡੇ ਖੜ ਗਏ ਜੀ। ਸੂਰਮੇ ਤਾਂ ਆਈ ਜਾਂਦੇ ਨੇ ਘੋੜੇ ਵਰਗੇ। ਮੈਂ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਦੇਖੇ ਨੇ ਕਿ ਉਹ 40 ਸਾਲ ਦੀ ਉਮਰ ਤੱਕ ਲੋਕ ਨਾਇਕ ਰਹੇ ਤੇ ਮੁੜ ਕੇ ਜਾ ਕੇ ਉਹਨਾਂ ਨੇ ਕੜੀ ਘੋਲਤੀ। ਆਖਰੀ ਸਮੇਂ ਦੇ ਵਿੱਚ ਤਾਂ ਲੋਕਾਂ ਨੇ ਉਹਨਾਂ ਨੂੰ ਥੂ ਕੀਤੀ, ਚਾਹੇ ਉਹ ਗਾਇਕ ਨੇ, ਚਾਹੇ ਉਹ ਨੇਤਾ ਨੇ, ਉਹ ਗਦਾਰੀਆਂ ਕਰ ਗਏ। ਦੀਪ ਆਪਦੇ ਆਪ ਨੂੰ ਸਿੱਧ ਕਰਕੇ ਜਿਵੇਂ ਗਿਆ, ਇਹ ਉਹਦੇ ਹੀ ਹਿੱਸੇ ਆਇਆ। ਜਿਹੋ ਜਿਹੀ ਉਹਦੀ ਜ਼ਿੰਦਗੀ ਸੀ, ਉਸ ਤੋਂ ਵੀ ਵੱਡੀ ਉਹਦੀ ਵਿਦਾਇਗੀ ਹੋਈ। ਇਸ ਕਰਕੇ ਇੱਕ ਪਾਸੇ ਸਾਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਉਹ ਸਾਡਾ ਰੁਤਬਾ ਉੱਚਾ ਕਰ ਗਿਆ, ਮੇਰੇ ਵਰਗਿਆਂ ਦਾ। ਮੈਨੂੰ ਮਿਲਦੇ ਆ ਮੁੰਡੇ, ਅੱਜ ਮੇਰੇ ਨਾਲ ਸੈਂਕੜੇ ਮੁੰਡਿਆਂ ਨੇ ਫੋਟੋਆਂ ਖਿਚਾਈਆਂ, ਮੇਰੇ ਨਾਲ ਗੱਲ ਕੀਤੀ, ਮੈਨੂੰ ਟੱਚ ਕਰਕੇ ਦੇਖਿਆ, ਹੱਥ ਲਾ ਕੇ ਦੇਖਿਆ ਕਿ ਤੁਸੀਂ ਦੀਪ ਸਿੱਧੂ ਦੇ ਨਾਲ ਰਹੇ ਹੋ। ਇਹ ਬਹੁਤ ਵੱਡੀ ਗੱਲ ਆ। ਇਸ ਕਰਕੇ ਉਹ ਸਾਡਾ ਮਾਣ ਵਧਾ ਗਿਆ। ਇਸ ਕਰਕੇ ਉਹਦੀ ਜਿਹੜੀ ਸੋਚ ਆ, ਉਹਦੇ 'ਤੇ ਖੜਨਾ ਬਹੁਤ ਜ਼ਰੂਰੀ ਆ। ਸਾਨੂੰ ਨੌਜਵਾਨ ਪੀੜ੍ਹੀ ਨਾਅਰੇ ਲਾਉਂਦੀ ਆ, ਜਕਾਰੇ ਛੱਡਦੀ ਆ ਕਿ ਦੀਪ ਬਾਈ ਤੇਰੀ ਸੋਚ 'ਤੇ ਪਹਿਰਾ ਦਿਆਂਗੇ, ਠੋਕ ਕੇ। ਇਹਨਾਂ ਨੂੰ ਦੇਣਾ ਚਾਹੀਦਾ ਪਹਿਰਾ, ਔਰ ਇਹਨਾਂ ਨੂੰ ਦੇਣਾ ਪਊਗਾ। ਜੇ ਦੀਪ ਸਿੱਧੂ ਨੂੰ ਜਿਉਂਦਾ ਰੱਖਣਾ ਤਾਂ ਉਹਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਅੱਗੇ ਵਧਣਾ ਪਊਗਾ। ਸਾਨੂੰ ਬਹੁਤ ਸਾਰੇ ਦੀਪ ਸਿੱਧੂ ਚਾਹੀਦੇ ਆ। ਸਾਡੀ ਨੌਜਵਾਨ ਪੀੜ੍ਹੀ ਨਾ ਪੜ੍ਹਦੀ ਨਹੀਂ ਗੀ, ਕਿਤਾਬਾਂ ਨਹੀਂ ਪੜ੍ਹਦੀ, ਫੋਨ ਤੋਂ ਹੀ ਗਿਆਨ ਪ੍ਰਾਪਤ ਕਰਦੇ ਆ ਸਾਰੇ। ਦੀਪ ਬਹੁਤ ਪੜ੍ਹਦਾ ਸੀ। ਅੰਤਮ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਕਾਰ ਦੇ ਵਿੱਚੋਂ ਵੀ ਉਹਦੇ ਉਹ ਜਿਹੜਾ ਫਤਿਹਨਾਮਾ ਨਿਕਲਿਆ, ਖਾੜਕੂ ਸਾਹਿਤ ਨਿਕਲਿਆ। ਇਸ ਕਰਕੇ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪਹਿਰਾ ਦੇਣ ਲਈ ਆਪਦੇ ਆਪ ਨੂੰ ਕਿਵੇਂ ਤਿਆਰ ਕਰੀਦਾ ਹੁੰਦਾ। ਪਹਿਰਾ ਡਾਂਗ ਲੈ ਕੇ ਨਹੀਂ ਦਿੱਤਾ ਜਾਂਦਾ। ਡਾਂਗ ਵਰਗਾ ਜੇਰਾ ਚਾਹੀਦਾ, ਬਹੁਤ ਦੂਰ ਅੰਦੇਸ਼ੀ ਚਾਹੀਦੀ ਆ, ਬਹੁਤ ਬੌਧਿਕਤਾ ਚਾਹੀਦੀ ਆ, ਜਿਹੜੀ ਦੀਪ ਦੇ ਵਿੱਚ ਸੀਗੀ। ਪਰ ਗਿਆਨ ਉਹਨੇ ਕਿਤਾਬਾਂ ਤੋਂ ਪ੍ਰਾਪਤ ਕੀਤਾ, ਵਿਦਵਾਨਾਂ ਨੂੰ ਮਿਲ ਕੇ, ਉਹਨਾਂ ਦੀ ਇੰਟਰਵਿਊ ਸੁਣ ਕੇ, ਪੜ੍ਹ ਕੇ ਕੀਤਾ। ਇਹ ਗੱਲ ਸਮਝਣੀ ਪਊਗੀ ਨੌਜਵਾਨ ਪੀੜ੍ਹੀ ਨੂੰ। ਕੀ ਕਾਰਨ ਸਮਝਦੇ ਹੋ ਦੀਪ ਸਿੱਧੂ ਦੀ ਮੌਤ ਵਾਕਈ ਐਕਸੀਡੈਂਟ? ਇਹ ਮੈਂ ਹਾਲੇ ਤੱਕ ਨਹੀਂ ਕਲੀਅਰ। ਮੈਂ ਵੀ ਓਨਾ ਹੀ ਸਮਝਦਾ ਜਿੰਨਾ ਤੁਸੀਂ ਸਮਝ ਰਹੇ ਹੋ ਜਾਂ ਕੋਈ ਵੀ ਸਮਝ ਰਿਹਾ।
ਪਰ ਸਾਨੂੰ ਡਰ ਸੀਗਾ, ਸਾਨੂੰ ਡਰ ਸੀ ਕਿ ਕੁਝ ਵੀ ਹੋ ਸਕਦਾ। ਸਾਨੂੰ ਐਂ ਲੱਗਦਾ ਸੀ ਕਿ ਪਰਮਾਤਮਾ ਬਸ ਸੁੱਖ ਰੱਖੀ, ਕਿਉਂਕਿ ਇਹੋ ਜਿਹੇ ਜਿਹੜੇ ਇਨਸਾਨ ਨੇ, ਇਹੋ ਜਿਹੇ ਯੋਧੇ ਨੇ, ਇਹ ਦੁਨੀਆ ਬਰਦਾਸ਼ਤ ਨਹੀਂ ਕਰਦੀ, ਸਿਸਟਮ ਨਹੀਂ ਬਰਦਾਸ਼ਤ ਕਰਦਾ, ਸਟੇਟ ਨਹੀਂ ਬਰਦਾਸ਼ਤ ਕਰਦੀ। ਇਸ ਕਰਕੇ ਕੁਝ ਵੀ ਹੋ ਸਕਦਾ। ਉਹ ਪਰ ਜਦੋਂ ਉਹ ਪਿਛਲੇ ਸਮੇਂ 'ਚੋਂ ਨਿਕਲ ਆਇਆ, ਜੇਲ੍ਹ 'ਚੋਂ ਵੀ ਨਿਕਲਿਆ, ਤਾਂ ਸਾਨੂੰ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ ਕਿ ਚਲੋ ਹੁਣ ਠੀਕ ਆ। ਹੁਣ ਅਸੀਂ ਫਿਲਮ ਕਰ ਰਹੇ ਸੀ, ਅਗਲੀ ਮਾਰਚ 10 ਨੂੰ ਅਸੀਂ ਜੋਰਾ ਰੀਲੋਡਡ ਦਾ ਸ਼ੂਟ ਸ਼ੁਰੂ ਕਰਨਾ ਸੀ, ਪਰ ਇਹ ਹੋ ਗਿਆ। ਬਾਈ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਇੱਕ ਵਾਰ ਕਿ ਜੋਰਾ 10 ਨੰਬਰ ਹੀ ਹੈ ਜਿਹੜੀ ਅਗਲੀ ਫਿਲਮ ਦੀ ਤੁਸੀਂ ਗੱਲ ਜੀ ਜੀ ਮੈਂ ਹਰਪ੍ਰੀਤ ਧਾਲੀਵਾਲ ਬਾਰੇ ਸਵਾਲ ਪੁੱਛਿਆ। ਜੀ ਜੀ ਹਾਂਜੀ ਹਾਂ, ਇਹ 12 ਤਰੀਕ ਦੀ ਗੱਲ ਹੈ ਜੀ। ਹਾਂ, ਕੀ ਹੁਣ ਉਹ ਫਿਲਮਾਂ ਦਾ ਫਿਰ ਕੁਛ ਨਹੀਂ, ਜੋਰਾ ਸਿਰਫ ਦੀਪ ਹੀ ਸੀਗਾ। ਜੇ ਦੀਪ ਹੈ ਨਹੀਂ ਤਾਂ ਬਹੁਤ ਜੋਰਾ 2 ਹੀ ਫਿਲਮਾਂ ਨੇ, ਜੋਰਾ 10 ਨੰਬਰੀਆ ਤੇ ਜੋਰਾ ਸੈਕੰਡ ਚੈਪਟਰ। ਇਸ ਤੋਂ ਇਲਾਵਾ ਧਰਤੀ ਤੇ ਨਾ ਕੋਈ ਜੰਮਿਆ ਜੋਰਾ ਬਣਨ ਵਾਲਾ, ਤੇ ਨਾ ਹੀ ਮੇਰੇ ਵੀ ਥੂ ਆ ਜੇ ਮੈਂ ਕਦੇ ਜ਼ਿੰਦਗੀ 'ਚ ਸੋਚਾਂ ਵੀ ਜੇ ਦੀਪ ਹੈ ਨਹੀਂ ਤਾਂ ਆਪਾਂ ਕਿ ਹੋਰ ਤੋਂ ਹੀ ਜੋਰਾ ਕਰਾ ਲੈਂਦੇ ਹਾਂ। ਇਹ ਨਹੀਂ ਹੋਣਾ, ਇਹਦੇ ਤਾਂ ਸੋਚਿਆ ਹੀ ਨਹੀਂ ਜਾ ਸਕਦਾ। PTN News 24 ਦੇ ਲਈ ਅਮਰਗੜ੍ਹ ਤੋਂ ਹਰੀਸ਼ ਅਬਰੋਲ ਦੀ ਰਿਪੋਰਟ।